हाँ जी डियर स्टूडेंट्स, अपने अगले नैक्सट लैक्चर दे विच ਆਪਾਂ ने अज पढ़ना है ऑपरेशन ऑन द सैट्स। जिवें कि तुहानूं पता ही है सारिਆਂ ਨੂੰ कि अपने पिछले लैक्चर ਦੇ ਵਿੱਚ ਆਪਾਂ ਨੇ पढ़िया ਸੀਗਾ कि सैट की ਹੁੰਦੇ ਆ, ਉਹਦੇ ਨਾਲ ਰਿਲੇਟਡ कुछ एग्जांपल्स ਕੀਤੀਆਂ ਸੀਗੀਆਂ ਤੇ ਅੱਜ ਆਪਾਂ ਨੇ ਕਰਨੇ ਨੇ कुछ ऑपरेशंस सैट ਦੇ ਉੱਪਰ ਕਿਵੇਂ ਅਪਲਾਈ ਹੁੰਦੇ ਨੇ। ਤਾਂ ਸਭ ਤੋਂ ਪਹਿਲਾਂ ਕੀ ਹੈਗਾ कि ਕੰਪਲੀਮੈਂਟ ਆਫ ਅ ਸੈਟ, ਕਿ ਕਿਸੇ ਵੀ ਸੈਟ ਦਾ ਕੰਪਲੀਮੈਂਟ ਕੀ ਹੁੰਦਾ, ठीक है। ਤਾਂ ਕਿਸੇ ਵੀ ਸੈੱਟ ਦਾ ਕੰਪਲੀਮੈਂਟ ਕੱਢਣ ਵਾਸਤੇ ਪਹਿਲਾਂ ਤਾਂ ਤੁਹਾਨੂੰ ਯੂਨੀਵਰਸਲ ਸੈੱਟ ਪਤਾ ਹੋਣਾ ਚਾਹੀਦਾ ਹੈ ਉਸ ਸੈੱਟ ਦਾ। ਕਿ ਜਿਵੇਂ ਮੰਨ ਲਓ ਕਿ ਇੱਥੇ ਤੁਹਾਡੇ ਕੋਲੇ ਕੋਈ ਵੀ ਸੈੱਟ ਹੈ ਜਿਹਦਾ ਤੁਸੀਂ ਕੰਪਲੀਮੈਂਟ ਫਾਈਂਡ ਕਰਨ ਲੱਗੇ ਹੋ। ਸਪੋਜ਼ ਇਹ ਸੈੱਟ ਤੁਹਾਡੇ ਕੋਲ ਹੈਗਾ A ਸੈੱਟ, ਤੇ ਇਹ ਸੈੱਟ ਜਿਹੜਾ ਹੈਗਾ ਉਹਦਾ ਯੂਨੀਵਰਸਲ ਸੈੱਟ ਹੈ। ਤਾਂ ਇਸ ਸੈੱਟ ਦਾ, ਜਿਸ ਸੈੱਟ ਦਾ ਮੰਨ ਲਓ ਤੁਸੀਂ A ਸੈੱਟ ਜੋ ਗਿਵਨ ਹੈ ਆਪਣੇ ਕੋਲ ਇੱਥੇ, A ਸੈੱਟ ਦਾ ਕੰਪਲੀਮੈਂਟ ਅਗਰ ਤੁਸੀਂ ਕੱਢਣਾ ਹੈ ਤਾਂ ਉਹਦਾ ਕੰਪਲੀਮੈਂਟ ਕੀ ਹੈ ਕਿ ਸੈੱਟ ਨੂੰ ਛੱਡ ਦਿਓ, ਯੂਨੀਵਰਸਲ ਸੈੱਟ ਦੇ ਵਿੱਚ ਬਾਕੀ ਜੋ ਵੀ ਬਚ ਗਿਆ ਉਹ ਸਾਰਾ ਉਹਦੇ ਕੰਪਲੀਮੈਂਟ ਦੇ ਵਿੱਚ ਆ ਜਾਣਾ। ਮੀਨਸ ਕਿ A ਨੂੰ ਛੱਡ ਦਿਓ, ਯੂਨੀਵਰਸਲ ਦਾ ਬਾਕੀ ਪਾਰਟ ਕੰਸੀਡਰ ਕਰ ਲਓ, ਉਹ ਸਾਰਾ ਉਹਦੇ ਕੰਪਲੀਮੈਂਟ ਦੇ ਵਿੱਚ ਆ ਜਾਊਗਾ, ਠੀਕ ਹੈ ਜੀ। ਤਾਂ ਮੀਨਸ ਕੀ ਹੋ ਗਿਆ ਕਿ A ਕੰਪਲੀਮੈਂਟ ਨੂੰ ਆਪਾਂ ਰਿਪਰੈਜ਼ੈਂਟ ਕਿਵੇਂ ਕਰਾਂਗੇ, A ਕੰਪਲੀਮੈਂਟ ਲਿਖ ਸਕਦੇ ਹੋ ਜਾਂ ਫਿਰ A ਬਾਰ ਲਿਖ ਸਕਦੇ ਹੋ, ਹੈ ਨਾ। ਇਹ ਰਿਪਰੈਜ਼ੈਂਟੇਸ਼ਨਸ ਹੋ ਜਾਂਦੀਆਂ ਨੇ ਕੰਪਲੀਮੈਂਟ ਆਫ ਦਾ ਸੈਟਸ ਦੀਆਂ। ਤੇ ਕੰਪਲੀਮੈਂਟ ਆਫ ਦਾ ਸੈੱਟ ਨੂੰ ਤੁਸੀਂ ਕਿਵੇਂ ਡਿਫਾਈਨ ਕਰ ਸਕਦੇ ਹੋ, U - A ਮੀਨਸ ਯੂਨੀਵਰਸਲ ਸੈੱਟ ਦੇ ਵਿੱਚੋਂ ਗਿਵਨ ਸੈੱਟ ਜਿਹਦਾ ਕੰਪਲੀਮੈਂਟ ਤੁਸੀਂ ਫਾਈਂਡ ਕਰਨਾ, ਉਹਨੂੰ ਅਗਰ ਤੁਸੀਂ ਸਬਟਰੈਕਟ ਕਰ ਦਿੰਦੇ ਹੋ ਤਾਂ ਉਹ ਤੁਹਾਡੇ ਕੋਲ ਆ ਜਾਂਦਾ ਕੰਪਲੀਮੈਂਟ, ਠੀਕ ਹੈ ਜੀ। ਇਹ ਸੀਗਾ ਕੰਪਲੀਮੈਂਟ ਆਪਰੇਸ਼ਨ। ਨੈਕਸਟ ਆ ਜਾਂਦਾ ਤੁਹਾਡੇ ਕੋਲੇ ਜਿਵੇਂ ਤੇ ਤੁਸੀਂ ਨਾ ਕੰਪਲੀਮੈਂਟ ਨੂੰ ਇੱਕ ਐਗਜ਼ਾਮਪਲ ਦੇ ਥਰੂ ਵੀ ਕਰ ਸਕਦੇ ਹੋ। ਜਿਵੇਂ ਤੁਹਾਡੇ ਕੋਲ ਯੂਨੀਵਰਸਲ ਸੈੱਟ ਗਿਵਨ ਹੈ 2 4 6 8 ਐਂਡ 10 ਤੇ A ਸੈੱਟ ਹੈਗਾ 4 ਐਂਡ 8। ਅਗਰ ਤੁਸੀਂ ਯੂਨੀਵਰਸਲ ਸੈੱਟ ਦੇ ਵਿੱਚੋਂ A ਸੈੱਟ ਨੂੰ ਮਾਈਨਸ ਕਰ ਦਿੰਦੇ ਹੋ ਤਾਂ ਤੁਹਾਡੇ ਕੋਲੇ ਕੀ ਰਹਿ ਜਾਂਦਾ ਹੈ, 4 ਤੇ 8 ਨੂੰ ਛੱਡ ਦਿਓ। ਦੇਖੋ ਯੂਨੀਵਰਸਲ ਸੈੱਟ ਦੇ ਵਿੱਚੋਂ ਬਾਕੀ ਐਂਟਰੀਜ਼ ਕੀ ਰਹਿ ਗਈਆਂ, 2 6 ਐਂਡ 10। ਤਾਂ A ਕੰਪਲੀਮੈਂਟ ਦੇ ਵਿੱਚ ਕੀ ਆ ਜਾਊਗਾ, 2 6 ਐਂਡ 10। ਮੀਨਸ ਕਿ ਯੂਨੀਵਰਸਲ ਦੇ ਵਿੱਚੋਂ ਉਹ ਸੈੱਟ ਨੂੰ ਕੱਢ ਦਿਓ, ਬਾਕੀ ਜੋ ਸੈੱਟ ਬਚ ਗਿਆ ਉਹ ਕੰਪਲੀਮੈਂਟ ਦੇ ਵਿੱਚ ਆ ਜਾਂਦਾ ਹੈ। ਨੈਕਸਟ ਆ ਜਾਂਦਾ ਸੈਕਿੰਡ ਆਪਰੇਸ਼ਨ, ਯੂਨੀਅਨ ਆਫ ਦ ਟੂ ਸੈਟਸ। ਯੂਨੀਅਨ ਆਫ ਟੂ ਸੈਟਸ ਕੀ ਹੁੰਦੀ ਹੈ, ਕਹਿੰਦੇ ਇਫ A and B be two given sets then their union is the set consisting of all the elements of A together with the elements in the B. We should not repeat the elements. The union of two sets A and B is written as A union B. A union B ਜਿਹੜਾ ਹੈਗਾ ਇਹ ਸਿੰਬਲ ਹੈਗਾ ਯੂਨੀਅਨ ਦਾ, ਕਿ ਜਿਹੜੇ ਵੀ ਮੰਨ ਲਓ ਆਪਾਂ ਨੇ ਇੱਥੇ A ਤੇ B ਦੀ ਯੂਨੀਅਨ ਕਰਨੀ ਹੈ ਤਾਂ A ਤੇ B ਦੇ ਵਿੱਚ ਇਹ ਸਿੰਬਲ ਆਪਾਂ ਨੇ ਸ਼ੋ ਕਰਤਾ। ਤਾਂ ਇਹਦਾ ਮਤਲਬ ਕੀ ਹੋਇਆ ਕਿ ਜੇ ਤੁਸੀਂ A ਤੇ B ਸੈੱਟ ਦੀ ਯੂਨੀਅਨ ਕਰਨੀ ਹੈ ਤਾਂ ਦੋਨੋਂ ਸੈੱਟਸ ਦੇ ਐਲੀਮੈਂਟ ਕੰਬਾਈਨ ਕਰਕੇ ਇੱਕ ਸੈੱਟ ਦੇ ਵਿੱਚ ਪਾ ਦਿਓ। ਬਟ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਕੋਈ ਵੀ ਐਲੀਮੈਂਟ ਰਿਪੀਟ ਨਹੀਂ ਹੋਣਾ ਚਾਹੀਦਾ, ਕਿਉਂਕਿ ਜੇ ਰਿਪੀਟ ਹੋ ਗਿਆ ਫਿਰ ਉਹ ਸੈੱਟ ਨਹੀਂ ਬਣੂਗਾ। ਬਿਕੋਜ਼ ਯੂਨੀਅਨ ਆਫ ਜੇ ਤੁਸੀਂ ਕਰਦੇ ਹੋ ਕੋਈ ਕਿਸੇ ਵੀ ਦੋ ਸੈੱਟ ਦੀ ਤਾਂ ਉਹ ਅਗੇਨ ਇੱਕ ਸੈੱਟ ਬਣ ਜਾਂਦਾ ਹੁੰਦਾ, ਫਿਰ ਉਹ ਸੈੱਟ ਦੀ ਪ੍ਰੋਪਰਟੀ ਨੂੰ ਸੈਟਿਸਫਾਈ ਨਹੀਂ ਕਰੂਗਾ ਅਗਰ ਤੁਸੀਂ ਰਿਪੀਟ ਕਰ ਦਿੰਦੇ ਹੋ। ਜਿਵੇਂ ਐਗਜ਼ਾਮਪਲ ਹੈਗੀ ਹੈ ਇੱਥੇ ਤੁਹਾਡੇ ਕੋਲ, ਜਿਵੇਂ A ਸੈੱਟ ਹੈਗਾ 1 2 3 5 ਐਂਡ 8 ਤੇ B ਸੈੱਟ ਹੈਗਾ 2 4 ਐਂਡ 6। ਤਾਂ ਇਹਨਾਂ ਦੀ ਜਦੋਂ ਤੁਸੀਂ ਯੂਨੀਅਨ ਕੀਤੀ ਤਾਂ ਤੁਸੀਂ ਦੇਖੋ ਜਿਹੜਾ 2 ਐਲੀਮੈਂਟ ਸੀਗਾ ਉਹ A ਦੇ ਵਿੱਚ ਵੀ ਹੈ ਤੇ B ਦੇ ਵਿੱਚ ਵੀ ਹੈ, ਪਰ ਜਦੋਂ ਤੁਸੀਂ ਯੂਨੀਅਨ ਕਰ ਰਹੇ ਹੋ ਤਾਂ ਉੱਥੇ ਤੁਸੀਂ ਉਹਨੂੰ ਇੱਕ ਵਾਰੀ ਹੀ ਲਿਖਣਾ, ਉਹਨੂੰ ਦੁਬਾਰਾ ਨਹੀਂ ਲਿਖਣਾ, ਠੀਕ ਹੈ ਜੀ। ਤਾਂ A ਤੇ B ਦੇ ਐਲੀਮੈਂਟਸ ਕੰਬਾਈਨ ਕਰਕੇ ਇੱਕ ਸੈੱਟ ਦੇ ਵਿੱਚ ਪਾਤੇ, ਬਟ ਰਿਪੀਟ ਕੋਈ ਵੀ ਨਹੀਂ ਕੀਤਾ, ਚਾਹੇ ਉਹ ਦੋਵੇਂ ਸੈੱਟ ਦੇ ਵਿੱਚ ਆ ਰਿਹਾ ਬਟ ਲਿਖਾਂਗੇ ਉਹਨੂੰ ਆਪਾਂ ਇੱਕ ਵਾਰੀ ਹੀ, ਠੀਕ ਹੈ ਜੀ। ਇਹ ਸੀਗਾ ਤੁਹਾਡੇ ਕੋਲ ਯੂਨੀਅਨ ਆਫ ਟੂ ਸੈਟਸ। ਨੈਕਸਟ ਤੁਹਾਡੇ ਕੋਲ ਆ ਜਾਂਦਾ ਹੈ ਇੰਟਰਸੈਕਸ਼ਨ ਆਫ ਟੂ ਸੈਟਸ। Intersection of two sets A and B denoted by A intersection B is the set of all elements which are common to A and B. ਤਾਂ ਇਹਦੇ ਵਿੱਚ ਆਪਾਂ ਨੇ ਸਿਰਫ ਕਾਮਨ ਐਲੀਮੈਂਟਸ ਲਿਖਣੇ ਹੁੰਦੇ ਆ ਜਿਹੜੇ A ਤੇ B ਦੋਵਾਂ ਦੇ ਵਿੱਚ ਹੋਣ। ਜਿਵੇਂ ਹੁਣ ਆਪਾਂ ਉੱਪਰ ਵਾਲੇ ਜਿਵੇਂ ਇਹਦੀ ਇਸ ਸੈੱਟ ਦੀ ਗੱਲ ਕਰ ਸਕਦੇ ਸੀ, ਜਿਵੇਂ ਆਪਾਂ ਨੂੰ ਪਤਾ ਹੈ ਕਿ ਇਹਨਾਂ ਦੋਨੋਂ ਸੈੱਟਸ ਦੇ ਵਿੱਚ ਕਾਮਨ ਕੀ ਹੈ, ਸਿਰਫ 2 ਕਾਮਨ ਸੀਗਾ, ਤਾਂ ਇੰਟਰਸੈਕਸ਼ਨ ਦੇ ਵਿੱਚ ਕੀ ਆ ਜਾਊਗਾ 2। ਅੱਛਾ, ਯੂਨੀਅਨ ਦਾ ਜੋ ਸਿੰਬਲ ਸੀ ਆਪਾਂ ਨੇ U ਦੇ ਨਾਲ ਰਿਪਰੈਜ਼ੈਂਟ ਕੀਤਾ ਸੀ, ਤਾਂ ਇੰਟਰਸੈਕਸ਼ਨ ਦਾ ਜੋ ਸਿੰਬਲ ਹੈ ਇਹ ਸਿੰਬਲ ਇੰਟਰਸੈਕਸ਼ਨ ਦਾ ਹੋ ਗਿਆ। ਇਹਦੇ ਵਿੱਚ ਆਪਾਂ ਨੇ ਕਾਮਨ ਪਾਰਟ ਲਿਖਣਾ ਹੁੰਦਾ ਹੈ, ਜਿਵੇਂ A ਤੇ B ਦੇ ਵਿੱਚ A ਸੈੱਟ ਹੈਗਾ 2 4 6 8 10 12 ਦਾ, ਤੇ B ਸੈੱਟ ਹੈਗਾ 2 3 5 7 ਐਂਡ 11 ਦਾ। ਇਹਨਾਂ ਦੋਵਾਂ ਸੈਟਸ ਦੇ ਵਿੱਚ ਕਾਮਨ ਕੀ ਹੈ 2, ਤਾਂ ਕਾਮਨ ਪਾਰਟ ਆ ਗਿਆ 2, ਮੀਨਸ ਇੰਟਰਸੈਕਸ਼ਨ ਦੇ ਵਿੱਚ ਕੀ ਆ ਜਾਊਗਾ ਓਨਲੀ 2। ਇੱਕ ਨਾ ਆਪਣੇ ਕੋਲ ਵੈਨ ਡਾਇਗਰਾਮਸ ਹੁੰਦੀਆਂ ਨੇ, ਡਾਇਗਰਾਮਸ ਦੀ ਹੈਲਪ ਨਾਲ ਵੀ ਆਪਾਂ ਆਪਣੇ ਸੈਟਸ ਦੇ ਜਿਹੜੇ ਆਪਰੇਸ਼ਨ ਨੇ ਉਹਨਾਂ ਨੂੰ ਰਿਪਰੈਜ਼ੈਂਟ ਕਰ ਸਕਦੇ ਹਾਂ।
ਜਿਵੇਂ ਜਿਹੜਾ ਕੰਪਲੀਮੈਂਟ ਆ ਗਿਆ ਉਹਨੂੰ ਤੁਸੀਂ ਇਸ ਤਰੀਕੇ ਨਾਲ ਰਿਪਰੈਜ਼ੈਂਟ ਕਰ ਸਕਦੇ ਹੋ। ਜਿਵੇਂ A ਸੈੱਟ ਹੈ ਤੁਹਾਡੇ ਕੋਲ, ਯੂਨੀਵਰਸਲ ਸੈੱਟ ਦੇ ਵਿੱਚੋਂ A ਸੈੱਟ ਨੂੰ ਮਾਈਨਸ ਕਰ ਦਿਓ, ਬਾਕੀ ਜੋ ਪੋਰਸ਼ਨ ਰਹਿ ਗਿਆ ਉਹ ਸਾਰਾ ਕੰਪਲੀਮੈਂਟ ਦਾ ਆ ਜਾਊਗਾ। ਤੇ ਯੂਨੀਅਨ ਨੂੰ ਆਪਾਂ ਕਿਵੇਂ ਰਿਪਰੈਜ਼ੈਂਟ ਕਰਦੇ ਹਾਂ ਕਿ ਦੋਨੋਂ ਸਰਕਲਸ, ਦੋਨੋਂ ਸੈਟਸ ਨੂੰ ਕੰਬਾਈਨ ਕਰਕੇ ਸ਼ੇਡ ਕਰਤਾ ਉੱਥੇ, ਬਟ ਜੋ ਕਾਮਨ ਪਾਰਟ ਸੀ ਉਹ ਆਪਾਂ ਨੇ ਇੱਕ ਵਾਰੀ ਹੀ ਕੰਸੀਡਰ ਕੀਤਾ। ਤੇ ਇਹਦੇ ਵਿੱਚ ਨੈਕਸਟ ਦੇ ਵਿੱਚ ਜਿਹੜਾ ਇੰਟਰਸੈਕਸ਼ਨ ਵਾਲਾ ਪਾਰਟ ਹੈ ਉਹਦੇ ਵਿੱਚ ਜਿਹੜਾ ਕਾਮਨ ਪਾਰਟ ਸੀ ਸਿਰਫ ਉਹੀ ਸ਼ੇਡ ਕਰਾਂਗੇ ਆਪਾਂ, ਕਿਉਂਕਿ ਉਹ ਇੰਟਰਸੈਕਸ਼ਨ ਨੂੰ ਸ਼ੋ ਕਰੂਗਾ ਕਿ ਕਾਮਨ ਪਾਰਟ ਇਹੀ ਸੀਗਾ ਆਪਣੇ ਕੋਲ। ਤੇ ਨੈਕਸਟ ਤੁਹਾਡੇ ਕੋਲ ਆ ਜਾਂਦਾ ਡਿਫਰੈਂਸ ਆਫ ਦ ਟੂ ਸੈਟਸ। ਡਿਫਰੈਂਸ ਕਿਵੇਂ ਰਿਪਰੈਜ਼ੈਂਟ ਕਰਦੇ ਨੇ? A's difference of the two sets A and B is the set of those elements of A which do not belong to B. We denote this by A minus B. ਇਹਦੇ ਵਿੱਚ ਆਪਾਂ ਜਿਵੇਂ ਮੰਨ ਲਓ ਤੁਸੀਂ A ਤੇ B ਸੈੱਟ ਦਾ ਡਿਫਰੈਂਸ ਫਾਈਂਡ ਕਰਨਾ ਹੈ, A minus B ਫਾਈਂਡ ਕਰਨਾ ਹੈ, ਤਾਂ ਇਹਦੇ ਵਿੱਚ ਤੁਸੀਂ A ਦੇ ਉਹ ਵਾਲੇ ਐਲੀਮੈਂਟਸ ਲਿਖ ਦੋਗੇ ਜਿਹੜੇ B ਦੇ ਨਹੀਂ ਹੈਗੇ। ਮੀਨਸ ਕਿ ਜਿਵੇਂ ਇੱਕ ਐਗਜ਼ਾਮਪਲ ਲੈ ਸਕਦੇ ਹਾਂ ਆਪਾਂ ਇੱਥੇ, ਜਿਵੇਂ A B C D E A ਸੈੱਟ ਦੇ ਰੱਖਿਆ ਤੁਹਾਡੇ ਕੋਲ ਤੇ B ਸੈੱਟ ਹੈਗਾ C D E F and G। ਤਾਂ ਇਹਦੇ ਵਿੱਚੋਂ ਤੁਸੀਂ A ਮਾਈਨਸ B ਕੱਢਣਾ ਹੈ, ਤਾਂ A ਤੇ B ਦੇ ਜਿਹੜੇ ਕਾਮਨ ਐਲੀਮੈਂਟਸ ਨੇ ਉਹ ਕੀ ਨੇ? ਦੇਖੋ C D ਤੇ E ਹੈ ਨਾ, ਤਾਂ ਤੁਸੀਂ C D ਤੇ E ਨੂੰ ਇਨ ਮਾਈਨਸ ਦੇ ਵਿੱਚ ਨਹੀਂ ਲਿਖੋਗੇ, ਡਿਫਰੈਂਸ 'ਚ ਨਹੀਂ ਲਿਖੋਗੇ, ਤਾਂ A ਦੇ ਉਹ ਐਲੀਮੈਂਟਸ ਜੋ B ਦੇ ਨਾਲ ਕਾਮਨ ਨੇ ਉਹ ਡਿਫਰੈਂਸ ਦੇ ਵਿੱਚ ਨਹੀਂ ਆਣਗੇ। ਤਾਂ ਇਸ ਤੋਂ ਇਲਾਵਾ ਕੌਣ ਰਹਿ ਗਿਆ? A and B। ਤਾਂ A and B ਕੀ ਆ ਜਾਊਗਾ? ਡਿਫਰੈਂਸ ਦੇ ਵਿੱਚ ਆ ਜਾਊਗਾ। ਨੈਕਸਟ ਆ ਜਾਂਦਾ ਹੈ, ਅੱਛਾ ਇਹ ਵੀ ਇੱਕ ਧਿਆਨ ਦੇਣ ਵਾਲੀ ਗੱਲ ਹੁੰਦੀ ਹੈ ਕਿ ਜਿਹੜਾ B ਮਾਈਨਸ A ਹੈ ਤੇ A ਮਾਈਨਸ B ਹੈ, ਜ਼ਰੂਰੀ ਨਹੀਂ ਕਿ ਇਹ ਆਲਵੇਜ਼ ਇਕੁਅਲ ਹੀ ਆਣ। ਇਹਨਾਂ ਦੀ ਜਿਹੜੀ ਡਿਫਰੈਂਟ ਵੈਲਿਊਜ਼ ਨੇ ਜਿਹੜੀਆਂ ਉਹ ਡਿਫਰੈਂਟ ਆ ਸਕਦੀਆਂ ਨੇ। ਸੇਮ ਉਸੇ ਤਰੀਕੇ ਨਾਲ ਅੱਗੇ ਸਿਮੈਟ੍ਰਿਕ ਡਿਫਰੈਂਸ ਹੈ ਟੂ ਸੈਟਸ ਦਾ। ਸਿਮੈਟ੍ਰਿਕ ਡਿਫਰੈਂਸ ਕੀ ਹੈ? ਸਿਮੈਟ੍ਰਿਕ ਡਿਫਰੈਂਸ ਕੀ ਹੈ ਦੋ ਸੈਟਸ ਦਾ? ਕਿ ਤੁਸੀਂ A ਮਾਈਨਸ B ਤੇ B ਮਾਈਨਸ A ਨੂੰ ਜਦੋਂ ਅਲੱਗ-ਅਲੱਗ ਕੈਲਕੂਲੇਟ ਕਰ ਲੈਂਦੇ ਹੋ, ਉਹਨਾਂ ਦੀ ਯੂਨੀਅਨ ਕਰਕੇ ਜੋ ਸੈੱਟ ਬਣ ਜਾਂਦਾ ਹੈ ਉਹ ਸੈੱਟ ਬਣ ਜਾਂਦਾ ਤੁਹਾਡੇ ਕੋਲ ਸਿਮੈਟ੍ਰਿਕ ਡਿਫਰੈਂਸ ਦਾ ਸੈੱਟ। ਤੇ ਸਿਮੈਟ੍ਰਿਕ ਡਿਫਰੈਂਸ ਦਾ ਜੋ ਸਿੰਬਲ ਹੈ ਉਹ ਸਿੰਬਲ ਤੁਹਾਡੇ ਕੋਲ ਇਹ ਸਿੰਬਲ ਸਿਮੈਟ੍ਰਿਕ ਡਿਫਰੈਂਸ ਦਾ ਸਿੰਬਲ ਹੈ। ਠੀਕ ਹੈ ਜੀ। ਇੱਕ ਐਗਜ਼ਾਮਪਲ ਵੀ ਇਹਨੂੰ ਆਪਾਂ ਐਕਸਪਲੇਨ ਕਰ ਸਕਦੇ ਹਾਂ। ਇੱਕ ਐਗਜ਼ਾਮਪਲ ਹੈਗੀ ਆਪਣੇ ਕੋਲ, ਜਿਵੇਂ A ਸੈੱਟ ਹੈਗਾ ਤੁਹਾਡੇ ਕੋਲ 1 2 ਤੇ 4 ਦਾ, ਤੇ B ਸੈੱਟ ਹੈਗਾ 1 2 3 5 and 6। ਤੇ ਇਸ ਦਾ ਸਿਮੈਟ੍ਰਿਕ ਡਿਫਰੈਂਸ ਫਾਈਂਡ ਕਰਨਾ ਤੁਸੀਂ B ਦੇ ਨਾਲ। ਤਾਂ ਇਹ ਹੋ ਗਿਆ A ਮਾਈਨਸ B, ਇਹ ਰਿਪਰੈਜ਼ੈਂਟ, ਇਹਨੂੰ ਤੁਸੀਂ A ਮਾਈਨਸ B ਵੀ ਲਿਖ ਸਕਦੇ ਹੋ ਤੇ ਇਹਨੂੰ B ਮਾਈਨਸ A ਵੀ ਲਿਖ ਸਕਦੇ ਹੋ। ਤਾਂ ਇਹਨਾਂ ਦੀ ਦੋਵਾਂ ਦੀ ਯੂਨੀਅਨ ਕਰਕੇ ਤੁਹਾਡੇ ਕੋਲ ਕੀ ਬਣ ਗਿਆ? 3 4 5 and 6। ਠੀਕ ਹੈ ਜੀ। ਇਹ ਸੀ ਰਾਜੇ ਕੁਝ ਆਪਰੇਸ਼ਨਸ ਸੀਗੇ ਸੈੱਟ ਥਿਊਰੀ ਦੇ। ਇਹਨਾਂ ਆਪਰੇਸ਼ਨਸ ਦੀ ਹੈਲਪ ਨਾਲ ਤੁਸੀਂ, ਜਿਵੇਂ ਮੈਂ ਤੁਹਾਨੂੰ ਇੱਕ ਐਗਜ਼ਾਮਪਲਸ ਵੀ ਆਪਾਂ ਕਰ ਸਕਦੇ ਹਾਂ। ਜਿਵੇਂ ਤੁਸੀਂ ਦੇਖੋ ਫਸਟ ਐਗਜ਼ਾਮਪਲ ਤੁਹਾਡੇ ਕੋਲ ਹੈਗੀ ਹੈ ਇੱਕ A ਸੈੱਟ ਹੈਗਾ 2 0 2 3 ਦਾ, B ਸੈੱਟ ਹੈਗਾ 2 3 ਦਾ, C ਸੈੱਟ ਹੈਗਾ 1 5 ਤੇ 9 ਦਾ। ਯੂਨੀਵਰਸਲ ਸੈੱਟ ਹੈਗਾ ਤੁਹਾਡੇ ਕੋਲ 0 ਤੋਂ ਲੈ ਕੇ 9 ਤੱਕ। ਤੁਸੀਂ ਫਾਈਂਡ ਕਰਨਾ A ਇੰਟਰਸੈਕਸ਼ਨ B, ਮੀਨਸ A ਤੇ B ਦਾ ਕਾਮਨ ਪਾਰਟ ਫਾਈਂਡ ਕਰਨਾ। A ਤੇ B ਦੇ ਵਿੱਚ ਕਾਮਨ ਕੀ ਹੈ? 2 and 3। ਤਾਂ ਇੰਟਰਸੈਕਸ਼ਨ ਦੇ ਵਿੱਚ ਕੀ ਆ ਜਾਊਗਾ? 2 and 3। ਫਿਰ A ਯੂਨੀਅਨ B ਕੱਢਣਾ ਹੈ। A ਯੂਨੀਅਨ B ਦੇਖੋ 0 2 3 2 3 ਦੁਬਾਰਾ ਆ ਗਏ ਸੀ ਤਾਂ ਆਪਾਂ ਉਹਨਾਂ ਨੂੰ ਨਹੀਂ